ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਫਿਰਤ ਫਿਰਤ ਪ੍ਰਭ ਆਇਆ, ਭਰਿਆ ਤਉ ਸ਼ਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਝਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਹਾਜਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ। ਸਾਂਝੀ ਵਾਰਤਾ ਦੇ ਪ੍ਰਤੀਕ ਗੁਰੂ ਗਰੀਬ ਨਵਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਪਾਵਨ ਦੀਵਾਨਾਂ, ਪਾਵਨ ਹਾਜ਼ਰੀ ਭਰ ਰਹੀ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹੋ। ਰੱਬੀ ਬਾਣੀ ਦਾ ਕੀਰਤਨ ਬੜੇ ਪਿਆਰ ਨਾਲ ਆਪ ਜੀ ਸ਼ਰਵਣ ਕਰ ਰਹੇ ਸੀ। ਆਓ, ਸਮਾਂ ਹੈ ਲੜੀਵਾਰ ਤੋਂ ਚੱਲ ਰਹੇ ਪਾਵਨ ਗੁਰ ਇਤਿਹਾਸ ਦੀ। ਆਪ ਸਰਬੱਤ ਮਾਈ ਪਾਈ ਅਸੀਸ ਬਖਸ਼ੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੰਦੇੜ ਦੀ ਧਰਤੀ 'ਤੇ ਰਹਿਮਤਾਂ ਬਖਸ਼ਿਸ਼ਾਂ ਵਰਤਾ ਰਹੇ ਨੇ। ਵਜ਼ੀਰ ਖਾਂ ਵੱਲੋਂ 2 ਘੱਲੇ ਪਠਾਨ, ਜਮਸ਼ੈਦ ਖਾਨ ਅਤੇ ਗੁੱਲ ਖਾਨ। ਸਮਾਂ ਪਾ ਕੇ ਇਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਉੱਤੇ ਵਾਰ ਕੀਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਵੀ ਤਲਵਾਰ ਨੂੰ ਹੱਥ ਪਾਇਆ ਅਤੇ ਵਾਰ ਕਰਨ ਵਾਲੇ ਪਠਾਨ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਹੀ ਧੁਰ ਦਰਗਾਹ ਵਾਲੇ ਪਾਸੇ ਮਹਾਰਾਜ ਨੇ ਤੋਰ ਦਿੱਤਾ। ਇੱਕ ਪਠਾਨ ਭੱਜਣ ਲੱਗਾ, ਸਿੰਘਾਂ ਨੇ ਬਾਹਰ ਫੜ ਲਿਆ, ਉਹਨੂੰ ਵੀ ਧੁਰ ਦਰਗਾਹ ਦਾ ਰਾਹ ਵਿਖਾ ਦਿੱਤਾ। ਪਰ ਜਾਂਦੇ ਹੋਏ ਪਠਾਨ ਇਹ ਕਹਿ ਗਏ ਵੀ ਵਜ਼ੀਰ ਖਾਨ ਨੇ ਸਾਡੇ ਤੋਂ ਇਹ ਪਾਪ ਕਰਾਇਆ ਹੈ। ਅਸੀਂ ਲਾਲਚ ਦੇ ਅਧੀਨ ਆ ਕੇ ਇਹ ਗੁਨਾਹ, ਇਹ ਪਾਪ ਕੀਤਾ ਹੈ ਤੇ ਉਸ ਪਾਪ ਦੀ ਸਜ਼ਾ ਵੀ ਉਹਨਾਂ ਨੂੰ ਮਿਲੀ। ਬਾਬਾ ਬੰਦਾ ਸਿੰਘ ਬਹਾਦਰ ਉੱਤੇ ਇਸ ਘਟਨਾ ਦਾ ਬੜਾ ਵੱਡਾ ਅਸਰ ਹੋਇਆ। ਉਹਦੇ ਡੌਲੇ ਫਰਕਦੇ ਨੇ, ਅੱਖਾਂ ਲਾਲ ਨੇ, ਸਰੀਰ ਵਿੱਚ ਖੂਨ ਦੌੜਦਾ ਏ। ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ, ਹੱਥ ਜੋੜੇ, ਸਤਿਗੁਰੂ ਕਿਰਪਾ ਕਰੋ, ਉਸ ਪਾਪੀ ਵਜ਼ੀਰ ਨੂੰ ਸੋਧਣ ਵਾਸਤੇ ਮੈਨੂੰ ਪੰਜਾਬ ਜਾਣ ਦੀ ਆਗਿਆ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਭਾਵੇਂ ਉਸ ਜ਼ਖਮ ਨੂੰ ਸੀ ਦਿੱਤਾ ਗਿਆ ਸੀ, ਇੰਝ ਲੱਗਦਾ ਸੀ ਵੀ ਹੁਣ ਖਤਰਾ ਟਲ ਗਿਆ ਹੈ, ਪਰ ਉਹ ਜ਼ਖਮ ਜਿਹੜਾ ਅੰਦਰੋਂ ਅਜੇ ਹਰਾ ਸੀ। ਤੇ ਉਹਨਾਂ ਸਮਿਆਂ ਵਿੱਚ ਅੱਜ ਵਰਗੇ ਨਾ ਸਾਧਨ ਸਨ, ਨਾ ਪ੍ਰਬੰਧ ਸਨ। ਲਿਖਣ ਵਾਲੇ ਇਤਿਹਾਸਕਾਰ ਇਹ ਵੀ ਲਿਖਦੇ ਨੇ, ਗਿਆਨੀ ਸੋਹਣ ਸਿੰਘ ਸ਼ੀਤਲ ਨੇ ਲਿਖਿਆ ਹੈ ਕਿ ਹੋ ਸਕਦਾ ਹੈ ਜਿਸ ਖੰਜਰ ਦੇ ਨਾਲ ਵਾਰ ਕੀਤਾ ਗਿਆ ਉਸ ਉੱਤੇ ਜ਼ਹਿਰ ਦੀ ਪਾਣ ਵੀ ਚੜਾਈ ਹੋਵੇ ਕਿ ਅੰਦਰ ਖਾਤੇ ਉਹ ਜ਼ਹਿਰ ਜਿਹੜਾ ਹੈ ਪਾਤਸ਼ਾਹ ਜੀ ਦੇ ਸਰੀਰ ਵਿੱਚ ਫੈਲਣ ਲੱਗ ਗਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਮਾਂ ਨੇੜੇ ਜਾਣ ਕੇ ਪਹਿਲਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਹੁਕਮ ਕੀਤਾ ਮਹਾਰਾਜ ਨੇ ਵੀ ਤੁਸੀਂ ਪੰਜਾਬ ਦੀ ਧਰਤੀ 'ਤੇ ਜਾਓ।
ਗੁਰਦੇਵ ਪਾਤਸ਼ਾਹ ਜੀ ਨੇ 5 ਤੀਰ ਦਿੱਤੇ ਆਪਣੇ ਪੱਥੇ ਵਿੱਚੋਂ ਕੱਢ ਕੇ, ਇੱਕ ਨਿਸ਼ਾਨ ਸਾਹਿਬ, ਇੱਕ ਨਗਾਰਾ ਦਿੱਤਾ ਤੇ ਨਾਲ 5 ਸਿੰਘ ਦਿੱਤੇ। ਭਾਈ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਫਤਿਹ ਸਿੰਘ, ਭਾਈ ਰਣ ਸਿੰਘ ਅਤੇ ਭਾਈ ਬਾਜ ਸਿੰਘ। ਇਹ 5 ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ। ਨਾਲ ਹੁਕਮਨਾਮੇ ਲਿਖ ਕੇ ਦਿੱਤੇ ਤਾਂ ਜੋ ਜਿਹੜੇ ਪੰਜਾਬ ਦੀ ਧਰਤੀ 'ਤੇ ਮਹਾਰਾਜ ਪਾਤਸ਼ਾਹ ਜੀ ਦੇ ਸਿੱਖ ਸਨ, ਉਹਨਾਂ ਦੇ ਮਨਾਂ ਵਿੱਚ ਵੀ ਇਹ ਰੋਸ ਸੀ ਵੀ ਕਿਸੇ ਤਰੀਕੇ ਨਾਲ ਇਸ ਵਜ਼ੀਰ ਖਾਂ ਵੱਲੋਂ ਕੀਤੇ ਹੋਏ ਜ਼ੁਲਮਾਂ ਦਾ ਅੰਤ ਹੋਵੇ। ਉਹ ਵੀ ਚਾਹੁੰਦੇ ਸਨ ਕੋਈ ਐਸਾ ਸਾਨੂੰ ਆਗੂ ਮਿਲੇ ਜਿੰਦੀ ਅਗਵਾਈ ਹੇਠ ਆਪਾਂ ਇਸ ਪਾਪੀ ਵਜ਼ੀਰ ਨੂੰ ਸੋਧ ਸਕੀਏ, ਜ਼ੁਲਮਾਂ ਨੂੰ ਠੱਲ ਪਾਈ ਜਾ ਸਕੇ। ਗੁਰਦੇਵ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੁਰਨ ਲੱਗਿਆਂ ਇਹ ਆਖਿਆ, ਬਦਲੇ ਦੀ ਭਾਵਨਾ ਹਿਰਦੇ ਵਿੱਚ ਨਹੀਂ ਰੱਖਣੀ। ਹਾਂ, ਮਾੜੇ ਤੇ ਮਜ਼ਲੂਮ ਦੀ ਰੱਖਿਆ ਵਾਸਤੇ ਕਿਰਪਾਨ ਚੁੱਕਣਾ ਜਾਇਜ਼ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੁਰੇ ਨੇ। ਹੁਣ ਗੁਰੂ ਪਾਤਸ਼ਾਹ ਜੀ ਨੇ ਸਰੀਰਕ ਜਾਮਿਆਂ ਵਿੱਚ ਜਿਹੜਾ ਪਾਵਨ ਹੁਕਮ ਸਿੱਖ ਨੂੰ ਕੀਤਾ ਹੈ, ਉਹੀ ਹੁਕਮ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੀਤਾ ਸੀ। ਨਾਲ ਹੀ ਇਹ ਬਚਨ ਕਰ ਦਿੱਤਾ ਕਿ ਹੁਣ ਅੱਜ ਤੋਂ ਬਾਅਦ ਜਿਹੜਾ ਸ਼ਖਸੀ ਰੂਪ ਸੀ, ਸਾਡਾ ਸਰੀਰਕ ਰੂਪ ਸੀ, ਹੁਣ ਉਹਦਾ ਅੰਤ ਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਪਾਤਸ਼ਾਹ ਜੀ ਤੋਂ ਅਸੀਸ ਲੈ ਕੇ ਪੰਜਾਬ ਵਾਲੇ ਪਾਸੇ ਤੁਰੇ ਹੈ। ਹੁਣ ਇੱਕ ਗੱਲ ਇੱਥੇ ਬੜੀ ਧਿਆਨ ਮੰਗਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਤੁਰਿਆ ਹੈ, ਤਕਰੀਬਨ 24-25 ਸਾਲ ਹੋ ਗਏ ਸਨ, ਉਹਨੇ ਕਦੀ ਹਥਿਆਰ ਚੁੱਕ ਕੇ ਨਹੀਂ ਸੀ ਵੇਖਿਆ। ਕੋਈ ਬਹਾਦਰੀ ਵਾਲਾ ਕੋਈ ਕਾਰਨਾਮਾ ਨਹੀਂ ਸੀ ਕੀਤਾ ਬੰਦੇ ਬਹਾਦਰ ਨੇ। ਦੂਸਰੀ ਗੱਲ, ਬਾਬੇ ਬੰਦੇ ਬਹਾਦਰ ਕੋਲ ਕੋਈ ਫੌਜ ਵੀ ਨਹੀਂ ਸੀ। ਮਹਾਰਾਜ ਨੇ ਸਿਰਫ 5 ਸਿੰਘ ਦਿੱਤੇ ਨੇ। ਨਾ ਹੀ ਅਸਲ ਦੇ ਵਿੱਚ ਕੋਈ ਦੌਲਤ ਸੀ ਕੋਲ, ਧਨ ਸੀ, ਨਾ ਹੀ ਕੋਈ ਸ਼ਸਤਰ ਸਨ। ਸਿਰਫ 5 ਤੀਰ ਦਿੱਤੇ ਨੇ, ਇੱਕ ਨਗਾਰਾ ਦਿੱਤਾ ਹੈ ਤੇ ਇੱਕ ਨਿਸ਼ਾਨ ਸਾਹਿਬ ਦਿੱਤਾ ਹੈ। ਨਾ ਫੌਜ ਹੈ, ਨਾ ਦੌਲਤ ਹੈ, ਨਾ ਕੋਈ ਬਹਾਦਰੀ ਵਾਲਾ ਕਾਰਨਾਮਾ ਹੈ। ਐਸਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਕੀ ਸੀ ਕਿ ਜਿਸ ਲੱਖਾਂ ਫੌਜ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਲੜਨਾ ਪਿਆ ਤੇ ਇਹ ਇਕੱਲਾ ਜਰਨੈਲ 5 ਸਿੰਘ ਲੈ ਕੇ, ਕੁਝ ਸ਼ਸਤਰ ਥੋੜ੍ਹੇ ਜਿਹੇ ਲੈ ਕੇ, ਇੱਕ ਨਗਾਰਾ ਤੇ ਇੱਕ ਨਿਸ਼ਾਨ ਸਾਹਿਬ ਲੈ ਕੇ ਤੇ ਉਹਨਾਂ ਲੱਖਾਂ ਦੇ ਨਾਲ ਲੜਨ ਵਾਸਤੇ ਤੁਰ ਪਿਆ। ਆਖਰ ਬੰਦੇ ਬਹਾਦਰ ਕੋਲ ਕੀ ਸੀ? ਤੇ ਗੁਰੂ ਪਿਆਰ ਵਾਲਿਓ, ਬਾਬਾ ਬੰਦਾ ਸਿੰਘ ਬਹਾਦਰ ਕੋਲ 2 ਚੀਜ਼ਾਂ ਸਨ। ਇੱਕ ਤਾਂ ਭਰੋਸਾ ਸੀ ਗੁਰੂ ਤੇ, ਦੂਸਰਾ ਉਹਦੇ ਕੋਲ ਅਰਦਾਸ ਸੀ। ਗੁਰੂ ਨੇ ਆਖਿਆ ਸੀ ਵੀ ਤੈਨੂੰ ਜਿੱਥੇ ਵੀ ਕਦੀ ਲੋੜ ਪਵੇ ਕਿਸੇ ਚੀਜ਼ ਦੀ, ਅਰਦਾਸ ਕਰ ਲਈ ਤੇ ਗੁਰੂ ਤੇ ਭਰੋਸਾ ਰੱਖੀ। ਬਾਬਾ ਬੰਦਾ ਸਿੰਘ ਬਹਾਦਰ ਨੇ ਭਰੋਸਾ ਨਹੀਂ ਗਵਾਇਆ ਤੇ ਦੂਸਰਾ, ਜਦੋਂ ਵੀ ਕਦੀ ਲੋੜ ਪਈ ਅਰਦਾਸ ਕੀਤੀ ਤੇ ਗੁਰੂ ਨੇ ਰਹਿਮਤਾਂ ਕਰ ਦਿੱਤੀਆਂ। ਧਨ ਦੀ ਲੋੜ ਪਈ, ਅਰਦਾਸ ਕੀਤੀ ਤੇ ਦਸਵੰਧ ਹਾਜ਼ਰ ਹੋ ਗਿਆ। ਅਰਦਾਸ ਕੀਤੀ, ਲੱਖਾਂ ਸੂਰਮੇ ਨਾਲ ਤੁਰ ਪਏ ਬੰਦੇ ਬਹਾਦਰ ਦੇ। ਪਤਾ ਹੀ ਨਹੀਂ ਲੱਗਿਆ ਕਦੋਂ ਇੱਕ ਵੱਡੀ ਫੌਜ ਬਣ ਗਈ। ਪੰਜਾਬ ਪਹੁੰਚਦਿਆਂ ਹਜ਼ਾਰਾਂ ਲੱਖਾਂ ਨੌਜਵਾਨ ਬਾਬੇ ਬੰਦੇ ਬਹਾਦਰ ਨਾਲ ਜੁੜ ਗਏ। ਗੁਰੂ ਸਾਹਿਬ ਦੇ ਹੁਕਮਨਾਮੇ ਭੇਜੇ ਸਨ। ਗੁਰੂ ਦਾ ਹੁਕਮ ਸੀ ਤੇ ਸਿੱਖ ਗੁਰੂ ਦਾ ਹੁਕਮ ਕਿਉਂ ਨਾ ਮੰਨੇ, ਆਪਣੀ ਜਿੰਦ ਗੁਰੂ ਤੋਂ ਵਾਰਦਾ ਹੈ। ਸਿੱਖ ਲੱਖਾਂ ਦੀ ਤਾਦਾਦ ਵਿੱਚ ਬੰਦੇ ਬਹਾਦਰ ਦੇ ਨਾਲ ਸੂਰਮੇ ਜੁੜ ਗਏ। ਬਾਬਾ ਦੀਪ ਸਿੰਘ ਵਰਗੇ ਮਹਾਨ ਯੋਧੇ ਸੂਰਮੇ ਹੱਥ ਵਿੱਚ ਖੰਡਾ ਫੜ ਕੇ ਬੰਦੇ ਬਹਾਦਰ ਨਾਲ ਪੰਜਾਬ ਦੇ ਵਿੱਚ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਮੈਦਾਨੇ ਜੰਗ ਵਿੱਚ ਲੜਦੇ ਨੇ। ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਘਮਾਸਾਨ ਦਾ ਜੰਗ ਕਰਕੇ ਵਜ਼ੀਰ ਖਾਨ ਨੂੰ ਸੋਧ ਕੇ ਇਹ ਗੱਲ ਦੱਸ ਦਿੱਤੀ ਸੀ,
ਬਾਬਾ ਬੰਦਾ ਬਹਾਦਰ ਜਿੱਦਣ ਤੁਰਨ ਲੱਗਿਆ ਸੀ ਗੁਰੂ ਦੇ ਚਰਨਾਂ ਵਿੱਚੋਂ ਮੱਥਾ ਟੇਕ ਕੇ, ਉਹਨੇ ਇੱਕ ਗੱਲ ਆਖੀ ਸੀ, ਬਾਪੂ ਦੇਖ ਕੱਚੀ ਗੜੀ ਚਮਕੌਰ ਦੀ ਮੂਹਰੇ। ਆ ਜਿਹੜੀ ਚਮਕੌਰ ਦੀ ਗੜੀ ਹੈ ਨਾ, ਇਹ ਹੈ ਕੱਚੀ ਸੀ। ਅੱਜ ਵੇਖ ਇਸ ਚਮਕੌਰ ਦੀ ਗੜੀ ਨੂੰ, ਤੂੰ ਆਪਣਾ ਸਿੰਘ ਥਾਪੜਾ ਦੇ ਕੇ ਇਸ ਬੰਦੇ ਨੂੰ ਬਹਾਦਰ ਬਣਾ ਕੇ ਤੋਰਨ ਲੱਗਾ ਏ। ਬਾਪੂ ਦੇਖ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਝੁਕਾ ਦੇਵਾਂਗੇ। ਝੋਰਾ ਕਰੀ ਨਾ ਆਨੰਦਪੁਰ ਕਿਲੇ ਦਾ, ਕੁੱਲੀ ਨੂੰ ਕਿਲਾ ਬਣਾ ਦੇਵਾਂਗੇ। ਮਾਛੀਵਾੜੇ ਦੇ ਸੱਥਰ ਵਿੱਚੋਂ ਕਹਿਣ ਲੱਗੇ, ਜਿਸ ਮਾਛੀਵਾੜੇ ਦੇ ਜੰਗਲਾਂ ਵਿੱਚ ਸਤਿਗੁਰੂ ਤੂੰ ਕਦੀ ਗਿਆ ਸੈਂ ਤੇ ਤੇਰੇ ਕੋਲ ਪਾਉਣ ਨੂੰ ਤਨ ਤੇ ਚੋਲਾ ਨਹੀਂ ਸੀ ਨਾ। ਮਹਾਰਾਜ ਤੇਰੇ ਪੈਰਾਂ ਵਿੱਚ ਸੂਲਾਂ ਚੁੱਭੀਆਂ ਸਨ। ਗੁਰਦੇਵ ਪਾਤਸ਼ਾਹ ਜੀਓ, ਨਾ ਹੀ ਹਥਿਆਰ ਸਨ, ਕੁਛ ਵੀ ਨਹੀਂ ਸੀ। ਹੇ ਗੁਰਦੇਵ ਪਾਤਸ਼ਾਹ ਜੀ, ਉਹਨਾਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਅਸੀਂ ਉੱਠਾਂਗੇ, ਮਾਛੀਵਾੜੇ ਦੇ ਸੱਥਰ ਵਿੱਚੋਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ। ਜਿਨ੍ਹਾਂ ਕੰਡਿਆਂ ਨਾ ਦਿੱਤਾ ਸੌਣ ਤੈਨੂੰ, ਉਹਨਾਂ ਨੂੰ ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ। ਜਿਹੜਾ ਕਦੀ ਹਿਰਨੀ ਦੇ ਮਰਨ ਦੇ ਨਾਲ ਵੇਖ ਕੇ ਤੜਫਦੇ ਹੋਏ ਬੱਚਿਆਂ ਨੂੰ ਹਥਿਆਰ ਸੁੱਟ ਕੇ ਚਲਾ ਗਿਆ ਸੀ, ਗੁਰੂ ਦੇ ਚਰਨਾਂ ਵਿੱਚ ਆ ਕੇ ਅੰਮ੍ਰਿਤ ਦੀ ਦਾਤ ਲੈ ਕੇ, ਉਹ ਦਾਤ ਪ੍ਰਾਪਤ ਕਰਕੇ ਮੈਦਾਨੇ ਜੰਗ ਵਿੱਚ ਜੂਝਿਆ। ਤੇ ਬੰਦਾ ਬਹਾਦਰ ਅੰਤਲਾ ਸਮਾਂ ਬੰਦ ਜਿਹੜਾ ਹੈ ਸਰੀਰ ਦਾ, ਗੁਰੂ ਦੇ ਲੇਖੇ ਲਾ ਦਿੱਤਾ। ਜਮੂਰਾਂ ਨਾਲ ਮਾਸ ਪੁੱਟਿਆ ਗਿਆ। 4 ਸਾਲ ਦਾ ਪੁੱਤਰ ਅਜੇ ਸਿੰਘ ਦਿਲ ਕੱਢ ਕੇ ਮੂੰਹ ਵਿੱਚ ਪਾਇਆ ਗਿਆ, ਪਰ ਘਬਰਾਇਆ ਨਹੀਂ। ਇਹ ਸੂਰਮਾ ਅਡੋਲ ਰਿਹਾ। ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਇਹੋ ਜਿਹੀਆਂ ਸ਼ਖਸੀਅਤਾਂ ਪੈਦਾ ਕੀਤੀਆਂ, ਇਹੋ ਜਿਹੇ ਸੂਰਮੇ ਪੈਦਾ ਕਰ ਦਿੱਤੇ ਕਿ ਬੰਦ ਕਟਾਉਣ ਲਈ ਤਿਆਰ ਨੇ। ਜਿਹੜੇ ਟੋਟੇ ਬੱਚਿਆਂ ਦੇ ਕਰਕੇ ਗਲਾਂ ਵਿੱਚ ਪਾਉਣ ਲਈ ਤਿਆਰ ਨੇ। ਜਿਹੜੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਲਈ ਤਿਆਰ ਨੇ। ਇਹੋ ਜਿਹੀਆਂ ਸ਼ਖਸੀਅਤਾਂ ਗੁਰੂ ਗੋਬਿੰਦ ਸਿੰਘ ਨੇ ਸੀਸ ਤਲੀ ਤੇ ਧਰ ਕੇ ਲੜਨ ਲਈ ਤਿਆਰ ਨੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਦੇਣ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 6 ਅਕਤੂਬਰ ਸਨ 1708 ਭਾਈ ਦਇਆ ਸਿੰਘ ਨੂੰ ਕੋਲ ਬੁਲਾਇਆ। ਪਤਾ ਲੱਗ ਗਿਆ, ਕੁਝ ਕੁ ਇਤਿਹਾਸਕਾਰਾਂ ਨੇ ਲਿਖਿਆ ਵੀ ਮਹਾਰਾਜ ਚਿੱਲਾ ਚੜਾਉਣ ਲੱਗੇ ਕਮਾਨ 'ਤੇ, ਜ਼ੋਰ ਲੱਗਾ ਤੇ ਉਹ ਫੱਟ ਜਿਹੜਾ ਜ਼ਖਮ ਜਿਹੜਾ ਹੈ, ਜ਼ਖਮ ਸੀਤਾ ਹੀ ਜਿਹੜਾ ਉਹ ਖੁੱਲ੍ਹ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ ਨੂੰ ਬੁਲਾਇਆ। ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਪ੍ਰਕਾਸ਼ ਕਰੋ। ਉਦੋਂ ਆਦਿ ਗ੍ਰੰਥ ਸ਼ਬਦ ਵਰਤਿਆ ਜਾਂਦਾ ਸੀ। ਤਿਆਰੀ ਕਰੋ। ਭਾਈ ਦਇਆ ਸਿੰਘ ਨੇ ਸਾਰੀ ਤਿਆਰੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਆਦਿ ਗ੍ਰੰਥ ਦੀ ਹਜ਼ੂਰੀ ਵਿੱਚ ਗਏ। ਮਹਾਰਾਜ ਪਾਤਸ਼ਾਹ ਜੀ ਨੇ ਉਸ ਸਮੇਂ 5 ਪੈਸੇ ਰੱਖ ਕੇ ਤੇ ਆ ਮੱਥਾ ਟੇਕਿਆ। ਸਿੱਖਾਂ ਦੇ ਹਿਰਦੇ ਕੰਬ ਉੱਠੇ ਸਨ। ਮਹਾਰਾਜ ਪਾਤਸ਼ਾਹ ਜੀ ਨੇ ਆਖਿਆ, ਹੁਣ ਸਮਾਂ ਨੇੜੇ ਆ ਗਿਆ ਹੈ ਸਾਡਾ ਜਾਣ ਦਾ। ਹਿਰਦੇ ਕੰਬ ਗਏ, ਅੱਖਾਂ ਵਿੱਚੋਂ ਨੀਰ ਵਗਿਆ ਸਿੱਖਾਂ ਦੇ। ਪਾਤਸ਼ਾਹ ਤੁਹਾਡੇ ਤੋਂ ਬਿਨਾਂ ਕਿਵੇਂ? ਮਹਾਰਾਜ ਅੱਜ ਤੱਕ ਜੰਗਾਂ ਯੁੱਧਾਂ ਵਿੱਚ ਹੀ ਇੰਨਾ ਸਮਾਂ ਮਿਲਿਆ, ਕਦੀ ਤੁਹਾਡੇ ਚਰਨਾਂ ਵਿੱਚ ਬੈਠਣ ਦਾ ਸਮਾਂ ਹੀ ਨਹੀਂ ਮਿਲਿਆ। ਗੁਰਦੇਵ ਪਾਤਸ਼ਾਹ ਜੀ, ਨਾ ਤੁਸੀਂ ਕਦੀ ਚੈਨ ਨਾਲ ਬੈਠੇ। ਅੱਲਾ ਯਾਰ ਖਾਂ जोगी ने आखे, आदा ने कभी तुझे संभलने ना दिया, गुलशन को तेरे फलने फूलने ना दिया था। कि दुश्मन ने कदी तेनू महाराज आराम नाल बैठण दिता ही नहीं। ते सिखां ने आख्या, सतगुरु हुण तां समा सी थोड़ा भी बंदा कुछ समा चैन दे नाल बहिंदा है, हुण समा आया सी। ते पातशाह, अजे तुहाडी उम्र की है? अजे ते पर जवानी विचों 42 साल की उम्र सी महाराज की। अजे तो जवानी में गुरुदेव ने बड़ा प्यारा बचन आख्या, भाई गुरसिखो, मैं अपना पिता खालसे की झोली में पा दिता।
अपनी माता नूं पा दिता। साहिबजादे जानों वध प्यारे मैं खालसे की झोली विच पा दिते ने। एक जवानी बची सी, सोचिया ये जवानी भी खालसे की झोली विच पा देवां, क्योंकि मैं कुछ भी अपने कोल नहीं रखिया, सारा कुछ मैं खालसे की झोली विच पा दिता है। ये जवानी भी अपने कोल नहीं रखना चाहता, मैं जवानी भी खालसे की झोली विच पाउणी चाहुंदा वां, ताकि खालसा सदा जवान रहे, सदा ही जवान रहे। धन गुरु गोबिंद सिंह महाराज पातशाह जी मत्था टेकते हैं गुरु ग्रंथ साहिब नूं, 5 पैसे अगे रखते हैं, नाल ही एक बचन करते हैं। ज्ञानी ज्ञान सिंह ने लिखिया इस घटना नूं बड़ा प्यारा, कि महाराज ने उस समय सिखां नूं संबोधन होकर बचन किया, आग्या भई अकाल की तबे चलायो पंथ। ये जिहड़ा पंथ चलिया सी ना, ये अकाल पुरख परमात्मा के हुक्म विच चलिया सी, उहदी आग्या विच। आग्या भई अकाल की तबे चलायो पंथ, सब सिखन को हुक्म है गुरु मानियो ग्रंथ। अज तो बाद कोई देहधारी गुरु नहीं होगा, अज तो बाद शब्द गुरु है। तो पातशाह जी ददार किवें होणगे, कह दिता आग्या भई अकाल की तबे चलायो पंथ, सब सिखन को हुक्म है गुरु मानियो ग्रंथ। गुरु ग्रंथ जी मानियो प्रगट गुरां की दे, जो प्रभु को मिल बुझ है खोज शब्द मैले। जिहड़ा प्रभु नूं मिलना चाहुंदा है वो शब्द विचों ही खोज लवे। 3 बचन होर आखे ने। पातशाह जी ने आख्या परचा शब्द का, दीदार खालसे का, पूजा अकाल की। एक अकाल पुरख परमात्मा की हमेशा पूजा करनी है, दीदार सदा खालसे का करना है, अते आख्या परचे सदा शब्द का है, शब्द नाल सदा सांझ पाउणी है, शब्द ही परमात्मा विच अभेद करेगा। सिखां ने आख्या सतगुरु तुहाडे दीदार। महाराज ने आख्या भाई एक गल याद रखियो, जिहड़ी मेरी आत्मा है वो ग्रंथ विच है, आत्मा ग्रंथ विच, शरीर पंथ विच, भाव 5 प्यारियां विच। जिस दिन मैं 1699 नूं खालसा साजिया सी, उस दिन ही मैं एक गल नूं कह दिता सी भी अज तो बाद पंथ की अगवाई अनुसार ये खालसा चलेगा। मेरा जिहड़ा शरीर है वो इन्हां 5 विच है, जदों तुहाडा दीदार करन नूं दिल करे इन्हां 5 विचों मेरे दीदार कर लेना। मेरा निवास इन्हां 5 प्यारियां विच है। तुहाडा दिल करे मेरी आत्मा ग्रंथ है, ये ग्रंथ नूं आत्मा करके जानना। तो अज आपां की समझते हैं गुरु ग्रंथ साहिब नूं, महाराज पातशाह जी नूं भी जागदी जोत है गुरु ग्रंथ साहिब। तो कई तो बहुत आए तो अजकल पढ़े लिखे कहते किताब हौली बुक कहते, हौली बुक है नहीं प्यारे, हौली बुक नहीं, जागदी जोत है। गुरु ग्रंथ साहिब पातशाह जी विच 10 गुरु साहिबान, 15 भगत साहिबान बैठे ने, भट्ट साहिबान बैठे ने। ये वो महापुरुष ने जिन्हां ने परमात्मा नूं पाया है, वो गए नहीं, वो अज भी नाल ने, अज भी साडी अगवाई करते हैं। असीं अज भी उन्हां दे सिख हां। गल है सिर्फ गुरु दे हुक्म नूं मन्नण दी। महाराज शरीर करके नहीं रह सकते, पर वो विचार करके तो अज भी साडे नाल ने। गुरु नानक साहब किते गए थोड़ा ने, क्योंकि जेड़े परमात्मा परमेश्वर प्रभु का रूप हो गए वो मरिया नहीं करते, वो बिनसिया नहीं। बिनसदी वो चीज़ है जिहड़ी जन्म लैंदी है। शरीर का जन्म होया सी, शरीर बिनस गया, पर गुरु जोत है। तो इनू इस करके आप जागदी जोत कहने हैं। इनू रब्बी बाणी विच इस तरह आख्या जन्म मरण दूहू में ना ही जन्म पर उपकारी आए। वो जन्म ते मरण विच आउंदे ही नहीं, इन्हां तो रहत ने। सो गुरु प्यार वालियो, धन गुरु गोबिंद सिंह महाराज पातशाह जी 42 साल 9 महीने ते कुछ दिन शरीर करके इस संसार विच रहे ने, ते तकरीबन 32 साल 8 महीने कुछ दिन महाराज पातशाह जी ने गुरगद्दी ते विराजमान होकर सिख कौम की अगवाई की। बड़ी छोटी उम्र है पर संघर्ष बड़ा वड्डा है। सरबंश वार के
ਖਾਲਸਾ ਸਾਜ ਕੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਖਾਲਸੇ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਉਹ ਕਾਰਜ ਕੀਤੇ। ਦੁਨੀਆ ਦੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਜਿਹੜੇ ਹਨ ਉਹ ਵੀ ਨਹੀਂ ਕਰ ਸਕੇ। ਇਹ ਕਾਰਜ ਕਰਨਾ ਸੌਖਾ ਨਹੀਂ ਸੀ, ਬੜਾ ਔਖਾ ਹੈ। ਇੱਕ ਛੋਟਾ ਜਿਹਾ ਵਪਾਰ ਬੰਦਾ ਸ਼ੁਰੂ ਕਰਦਾ ਹੈ ਨਾ, ਤੇ ਉਸ ਵਪਾਰ ਨੂੰ ਸਾਂਭਣਾ ਬੜਾ ਔਖਾ ਹੋ ਜਾਂਦਾ ਹੈ, ਸੰਭਾਲਣਾ ਬੜਾ ਔਖਾ ਹੋ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਨੇ ਮਨੁੱਖਤਾ ਨੂੰ ਬਚਾਉਣ ਵਾਸਤੇ, ਮਨੁੱਖਤਾ ਨੂੰ ਸਹੀ ਰਾਹ 'ਤੇ ਪਾਉਣ ਵਾਸਤੇ, ਇਨਸਾਨੀਅਤ ਨੂੰ ਜਗਾਉਣ ਵਾਸਤੇ ਸੱਚ ਦੇ ਲੜ ਸਾਨੂੰ ਲਾਇਆ ਹੈ। ਇਹਦੇ ਵਾਸਤੇ ਉਹਨਾਂ ਨੂੰ ਬੜੀਆਂ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਨੇ, ਬੜਾ ਵੱਡਾ ਤਿਆਗ ਕਰਨਾ ਪਿਆ ਹੈ, ਅਤੇ ਉਹਨਾਂ ਦੀ ਇਸ ਕੁਰਬਾਨੀ ਨੂੰ ਅਸੀਂ ਭੁਲਾ ਨਹੀਂ ਸਕਦੇ। ਸੋ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਸਾਨੂੰ ਲਾਇਆ 6 ਅਕਤੂਬਰ ਸਨ 1708 ਨੂੰ। 7 ਅਕਤੂਬਰ ਦਿਨ ਵੀਰਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣਾ ਅੰਤਮ ਸਮਾਂ ਨੇੜੇ ਆ ਕੇ ਗੁਰਸਿੱਖਾਂ ਨੂੰ ਫਤਿਹ ਬੁਲਾ ਕੇ ਸਤਿਗੁਰ ਪਾਤਸ਼ਾਹ ਜੀ ਨੇ ਸਰੀਰਕ ਚੋਲਾ ਤਿਆਗ ਦਿੱਤਾ। ਹੁਣ ਗੁਰੂ ਪਾਤਸ਼ਾਹ ਜੀ ਦੇ ਇਸ ਸਰੀਰ ਦਾ ਅੰਤਮ ਸੰਸਕਾਰ ਉਸੇ ਤਰ੍ਹਾਂ ਹੀ ਕੀਤਾ ਗਿਆ ਜਿਵੇਂ ਆਮ ਹੁੰਦਾ ਹੈ। ਚੰਦਨ ਦੀ ਚਿਖਾ ਤਿਆਰ ਕੀਤੀ ਗਈ। ਮਹਾਰਾਜ ਪਾਤਸ਼ਾਹ ਜੀ ਨੂੰ ਉੱਤੇ ਜਿਹੜਾ ਤਨ ਹੈ, ਸਰੀਰ ਹੈ, ਇਹ ਮਿੱਟੀ ਹੈ। ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਇਹ ਮਿੱਟੀ ਹੈ। ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਸਰੀਰ ਮਿੱਟੀ, 5 ਭੂਤਕ ਸਰੀਰ ਹੈ, ਇਹਨੇ ਮੁੜ 5 ਤੱਤਾਂ ਵਿੱਚ ਸਮਾ ਜਾਣਾ ਹੈ। 5 ਤੋਂ ਬਣਿਆ 5 ਵਿੱਚ ਸਮਾ ਜਾਣਾ ਹੈ, 5 ਵਿੱਚ ਸਮਾ ਜਾਂਦਾ ਹੈ ਇਹ ਖਾ ਕੇ। ਪਰ ਜਿਹੜੀ ਜੋਤ ਹੈ ਉਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਚਲੀ ਗਈ, ਉਹ ਅੱਜ ਵੀ ਸਾਡੇ ਕੋਲ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤਨ ਦਾ, ਸਰੀਰ ਦਾ ਚਿਖਾ ਤਿਆਰ ਕਰਕੇ ਉਸ ਤਰ੍ਹਾਂ ਸੰਸਕਾਰ ਕੀਤਾ ਗਿਆ। ਕਿਉਂਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਵਿੱਚ ਜੋ ਹੁਕਮ ਹੈ, ਗੁਰੂ ਮਹਾਰਾਜ ਕਦੀ ਬਾਣੀ ਤੋਂ ਉਲਟ ਨਹੀਂ ਹੋ ਸਕਦੇ, ਇਹ ਗੱਲ ਯਾਦ ਰੱਖਿਓ। ਕਿਉਂਕਿ ਇਹ ਨਹੀਂ ਹੋ ਸਕਦਾ ਜੋ ਮਹਾਰਾਜ ਕਹਿ ਰਹੇ ਨੇ ਉਸ ਤੋਂ ਉਲਟ ਆਪ ਚੱਲਦੇ ਹੋਣਗੇ, ਇਸ ਤਰ੍ਹਾਂ ਕਦੀ ਨਹੀਂ ਹੋਇਆ। ਜੇ ਮਹਾਰਾਜ ਬਾਣੀ ਵਿੱਚ ਆਖਦੇ ਨੇ ਵੀ ਭਲਿਆ ਇਹ ਚੋਲਾ, ਇਹ ਸਰੀਰ ਇੱਕ ਦਿਨ ਛੱਡ ਦੇਣਾ ਹੈ, ਉਹ ਗੱਲ ਵੱਖਰੀ ਹੈ। ਕੋਈ ਨੂੰ ਸਾੜ ਦਿੰਦਾ ਹੈ, ਕੋਈ ਨੂੰ ਰੋੜ ਦਿੰਦਾ ਹੈ, ਕੋਈ ਜਾਨਵਰਾਂ ਅੱਗੇ ਪਾ ਦਿੰਦਾ ਹੈ, ਕੋਈ ਦੱਬ ਦਿੰਦਾ ਹੈ, ਉਹ ਗੱਲ ਵੱਖਰੀ ਹੈ, ਉਹ ਫਿਰ ਮਿੱਟੀ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਉਪਦੇਸ਼, ਜਿਹੜੀਆਂ ਸਿੱਖਿਆਵਾਂ ਸਾਡੀ ਝੋਲੀ ਵਿੱਚ ਪਾਈਆਂ ਨੇ, ਅਸੀਂ ਉਹਨਾਂ ਸਿੱਖਿਆਵਾਂ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ। ਅੱਜ ਦੇ ਦਿਨ ਹੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਉਹਨਾਂ ਦਾ ਜਨਮ ਦਿਹਾੜਾ ਵੀ ਹੈ। ਉਹਨਾਂ ਦੀ ਮਹਾਨ ਕੁਰਬਾਨੀ, ਨਿੱਕੜੀ ਉਮਰ ਦੇ ਵਿੱਚ ਉਹਨਾਂ ਨੇ ਚਮਕੌਰ ਦੀ ਗੜੀ ਵਿੱਚ ਆਪਣਾ ਕੁਰਬਾਨ ਕਰ ਦਿੱਤਾ ਸੀ, ਆਪਣਾ ਆਪਾ ਵਾਰ ਦਿੱਤਾ ਸੀ। ਪਿਤਾ ਨੂੰ ਆਖਿਆ ਸੀ, ਪਿਤਾ ਜੀ ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਮਗਰ ਜੀਤਾ ਨਹੀਂ ਆਊਂਗਾ। ਪਿਤਾ ਜੀ ਤੁਹਾਨੂੰ ਮਾਣ ਹੋਣਾ ਚਾਹੀਦਾ ਆਪਣੇ ਪੁੱਤਰ 'ਤੇ, ਘਬਰਾਇਓ ਨਾ, ਮੈਦਾਨੇ ਜੰਗ ਵਿੱਚ ਜਾਵਾਂਗਾ, ਭਾਜੀ ਮੋੜ ਕੇ ਆਵਾਂਗਾ। ਨਿੱਕੜੀ ਉਮਰ ਦੇ ਵਿੱਚ ਬਾਬਾ ਅਜੀਤ ਸਿੰਘ ਦਾ ਜਿਹੜਾ ਜਨਮ ਸੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਭੰਗਾਨੀ ਦਾ ਪਹਿਲਾ ਜੰਗ ਜਿੱਤ ਲਿਆ। ਸਨ 1687 ਪੌਂਟਾ ਦੀ ਧਰਤੀ ਦੇ ਉੱਤੇ ਮਹਾਰਾਜ ਪਾਤਸ਼ਾਹ ਜੀ ਬਿਰਾਜਮਾਨ ਨੇ। ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਜਨਮ ਲੈਣੇ ਬਾਬਾ ਅਜੀਤ ਸਿੰਘ, ਜੰਗ ਜਿੱਤਿਆ, ਨਾਮ ਅਜੀਤ ਰੱਖ ਦਿੱਤਾ, ਇਹਨੂੰ ਕੋਈ ਜਿੱਤ ਨਹੀਂ ਸਕੇਗਾ। ਸੋ ਬਾਬਾ ਅਜੀਤ ਸਿੰਘ ਜਿਨ੍ਹਾਂ ਦੀ ਮਹਾਨ ਕੁਰਬਾਨੀ ਹੈ, ਉੱਚਾ ਸੁੱਚਾ ਪਵਿੱਤਰ ਜੀਵਨ ਹੈ, ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕੀਤਾ ਹੈ, ਗੁਰੂ ਦੇ ਹੁਕਮਾਂ ਵਿੱਚ ਬਤੀਤ ਕੀਤਾ ਹੈ। ਸੋ ਐਸੀ ਮਹਾਨ ਯੋਧੇ, ਸੂਰਮੇ ਅਤੇ ਮਹਾਨ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਬਤੀਤ ਕਰੀਏ। ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ ਸਾਡਾ ਵੀ ਸੋਹਣਾ ਅਤੇ ਪਵਿੱਤਰ ਉੱਚਾ ਸੁੱਚਾ ਗੁਰਸਿੱਖੀ ਵਾਲਾ ਜੀਵਨ ਹੋਵੇ। ਅਤੇ ਨਾਲ ਇਹ ਅਰਦਾਸ ਕਰੀਏ, ਮਹਾਰਾਜ ਜਿੰਨਾ ਜੀਵਨ ਹੈ ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ। ਪਾਤਸ਼ਾਹ ਜੀ ਰਹਿਮਤ ਕਰਨ। ਇਤਿਹਾਸ ਬੜਾ ਹੀ ਵਡਮੁੱਲਾ ਹੈ, ਬੜਾ ਅਮੋਲਕ ਹੈ ਅਤੇ ਬੜਾ ਡੂੰਘਾਈ ਵਾਲਾ ਹੈ। ਭਾਵੇਂ ਕਿ ਆਪਾਂ ਥੋੜ੍ਹੇ ਦਿਨਾਂ ਵਿੱਚ ਇਹ ਸਤਿਗੁਰ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿਚਾਰ ਮੁਕੰਮਲ ਕਰ ਲਈਏ, ਪਰ ਬੜੀਆਂ ਐਸੀਆਂ ਘਟਨਾਵਾਂ, ਬੜੇ ਐਸੇ ਮਹਾਰਾਜ ਪਾਤਸ਼ਾਹ ਜੀ ਦੇ ਉਪਦੇਸ਼ ਜਿਨ੍ਹਾਂ ਦੀ ਵਿਚਾਰ ਕਰਨ ਵਾਲੀ ਜਿਹੜੀ ਹੈ ਅਜੇ ਅਧੂਰੀ ਹੈ, ਆਪਾਂ ਕਰ ਨਹੀਂ ਪਾਏ। ਜਿਵੇਂ ਕਿ ਮਹਾਰਾਜ ਪਾਤਸ਼ਾਹ ਜੀ ਦੇ ਨੰਦੇੜ ਵਿੱਚ ਰਹਿੰਦਿਆਂ 52 ਹੁਕਮ ਕੀਤੇ, ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਹੈ, ਅਤੇ ਹੋਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਫਲਸਫਾ ਜਿਹਨੂੰ ਆਪਾਂ ਵਿਚਾਰ ਨਹੀਂ ਸਕੇ। ਸੋ
ਮਹਾਰਾਜ ਕਿਰਪਾ ਕਰਨ। ਜਿੰਨੀ ਆਪਾਂ ਵਿਚਾਰ ਕੀਤੀ ਉਹਨੂੰ ਜੀਵਨ ਵਿੱਚ ਕਮਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਨਾਲ ਹੀ ਬੇਨਤੀ ਹੈ, ਕੱਲ੍ਹ ਸੰਗਰਾਂਦ ਦਾ ਦਿਹਾੜਾ ਹੈ ਅਤੇ ਜਿੱਥੇ ਸਵੇਰੇ ਮਹਾਰਾਜ ਪਾਤਸ਼ਾਹ ਚਰਨਾਂ ਵਿੱਚ ਆਪਾਂ ਹਾਜ਼ਰੀ ਲਵਾਉਣੀ ਹੈ, ਉੱਥੇ ਮਹੀਨਾਵਾਰੀ ਦੀਵਾਨ ਸੱਜਦੇ ਨੇ। ਕੱਲ੍ਹ ਤਕਰੀਬਨ 6:30 ਵਜੇ ਤੋਂ ਲੈ ਕੇ ਅਤੇ 8:30 ਵਜੇ ਤੱਕ ਦੀਵਾਨ ਸੱਜਣਗੇ। ਆਪ ਸਾਰੀਆਂ ਸੰਗਤਾਂ ਨੇ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ,